प्यारे बच्चों, ਅੱਜ ਅਸੀਂ ਕਲਾਸ 9 ਦੀ ਵੀਕਲੀ ਪ੍ਰੈਕਟਿਸ ਸ਼ੀਟ 12 ਸਾਇੰਸ ਸਬਜੈਕਟ ਦੀ ਕਰਨ ਜਾ ਰਹੇ ਹਾਂ। ਇਸ ਨੂੰ ਧਿਆਨ ਨਾਲ ਸੁਣੋ। ਪਹਿਲਾ ਪ੍ਰਸ਼ਨ ਹੈ, ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ। ਤੁਸੀਂ ਦੱਸਣਾ ਇਹਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ। ਦੂਰੀ ਅਤੇ ਵਿਸਥਾਪਨ ਦੀ ਐਸਆਈ ਇਕਾਈ ਇੱਕੋ ਜਿਹੀ ਹੁੰਦੀ ਹੈ, ਬਿਲਕੁਲ ਠੀਕ। ਵਿਸਥਾਪਨ ਦੂਰੀ ਤੋਂ ਘੱਟ ਜਾਂ ਬਰਾਬਰ ਹੋ ਸਕਦਾ ਹੈ, ਠੀਕ ਹੈ। ਦੂਰੀ ਹਮੇਸ਼ਾ ਧਨਾਤਮਕ ਹੁੰਦੀ ਹੈ, ਇਹ ਵੀ ਠੀਕ ਹੈ। ਚੌਥਾ ਹੈ, ਵਿਸਥਾਪਨ ਦੂਰੀ ਤੋਂ ਵੱਧ ਜਾਂ ਬਰਾਬਰ ਹੋ ਸਕਦਾ ਹੈ। ਹੁਣ ਜਿਹੜਾ ਵਿਸਥਾਪਨ ਹੈ ਦੂਰੀ ਤੋਂ ਬਰਾਬਰ ਤਾਂ ਹੋ ਸਕਦਾ ਪਰ ਵੱਧ ਨਹੀਂ ਹੋ ਸਕਦਾ, ਇਸ ਲਈ ਜਿਹੜਾ ਕਥਨ ਸਹੀ ਨਹੀਂ ਹੈ ਉਹ ਹੈ ਚੌਥਾ। ਸੋ ਆਪਸ਼ਨ ਆਏਗੀ ਚੌਥਾ। ਦੂਸਰਾ ਕੁਐਸਚਨ, ਹਰੀਸ਼ 7 ਮੀਟਰ ਅਰਧ ਵਿਆਸ ਵਾਲੇ ਚੱਕਰ ਵਿੱਚ ਘੁੰਮ ਰਿਹਾ ਹੈ। ਅੱਧਾ ਚੱਕਰ ਪੂਰਾ ਕਰਨ ਤੋਂ ਉਸਦਾ ਵਿਸਥਾਪਨ ਕਿੰਨਾ ਹੋਵੇਗਾ। ਯਾਦ ਰੱਖਣਾ ਉਹਨਾਂ ਨੇ ਵਿਸਥਾਪਨ ਪੁੱਛਿਆ, ਦੂਰੀ ਨਹੀਂ। ਸੋ ਵਿਸਥਾਪਨ, ਅਗਰ ਅਸੀਂ ਇਸ ਚੱਕਰ ਦੀ ਗੱਲ ਕਰੀਏ, ਇੱਕ ਚੱਕਰ ਹੈ 7 ਮੀਟਰ ਦਾ, ਅਗਰ ਉਹਨੇ ਇੱਥੋਂ ਦੀ A ਪੁਆਇੰਟ ਤੋਂ ਸ਼ੁਰੂ ਕਰਕੇ ਅੱਧਾ ਚੱਕਰ B ਤੱਕ ਕੀਤਾ ਹੈ ਤਾਂ ਜਿਹੜਾ ਉਹਦਾ ਵਿਸਥਾਪਨ ਹੁੰਦਾ ਹੈ ਸਭ ਤੋਂ ਛੋਟੇ ਰਸਤੇ ਨਾਲ ਜਿਹੜਾ ਉਹਨੇ ਦੂਰੀ ਤੈਅ ਕੀਤੀ ਉਹ ਹੈਗੀ ਹੈ A ਤੋਂ B ਤੱਕ ਹੈ ਸਿੱਧਾ। ਅਗਰ ਅਰਧ ਵਿਆਸ ਰੇਡੀਅਸ ਸਾਨੂੰ 7 ਦਿੱਤਾ ਹੈ ਤਾਂ ਪੂਰਾ ਡਾਇਮੀਟਰ ਕਿੰਨਾ ਹੋਏਗਾ, 7 + 7 14। ਇਸ ਲਈ ਸਾਡੇ ਕੋਲ ਆਨਸਰ ਕਿੰਨਾ ਆਏਗਾ ਇਹਦਾ, 14 ਮੀਟਰ, ਯਾਨੀ ਕਿ ਚੌਥੀ ਆਪਸ਼ਨ। ਤੀਸਰਾ ਕੁਐਸਚਨ, ਕਿਸੇ ਗਤੀਮਾਨ ਵਸਤੂ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਰਾਸ਼ੀ 0 ਹੋ ਸਕਦੀ ਹੈ। ਤੁਸੀਂ ਦੱਸਣਾ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਕਿਸੇ ਗਤੀਮਾਨ ਵਸਤੂ ਲਈ 0 ਹੋ ਸਕਦੀ ਹੈ। ਔਸਤ ਵੇਗ, ਦੂਰੀ, ਔਸਤ ਚਾਲ ਕਿ ਵਿਸਥਾਪਨ। ਵਿਸਥਾਪਨ ਜਿਹੜਾ ਉਹ ਦੂਰੀ ਜਿਹੜਾ ਉਹ 0 ਹੋ ਸਕਦਾ ਹੈ, ਕਿਉਂਕਿ ਅਗਰ ਕੋਈ ਚੀਜ਼ ਕਿਸੇ ਪੁਆਇੰਟ ਤੋਂ ਸ਼ੁਰੂ ਹੋ ਕੇ ਵਾਪਸ ਉਸੇ ਪੁਆਇੰਟ ਤੇ ਹੀ ਆ ਜਾਂਦੀ ਹੈ ਤਾਂ ਉਸ ਦਾ ਵਿਸਥਾਪਨ 0 ਹੋ ਸਕਦਾ ਹੈ। ਇਸ ਲਈ ਇਸ ਵਿੱਚ ਕਿਹੜੀ ਆਪਸ਼ਨ ਆਏਗੀ, ਚੌਥੀ, ਸਿਰਫ ਵਿਸਥਾਪਨ। ਨੈਕਸਟ ਕੁਐਸਚਨ ਤੇ ਆਉਂਦੇ ਹਾਂ। ਚੌਥੇ ਕੁਐਸਚਨ ਤੇ, ਵਿਸਥਾਪਨ ਅਤੇ ਦੂਰੀ ਦਾ ਅਨੁਪਾਤ। ਅਗਰ ਅਸੀਂ ਕਹਿੰਦਾ ਵਿਸਥਾਪਨ ਅਤੇ ਦੂਰੀ ਦਾ ਅਨੁਪਾਤ ਕਰੀਏ ਤਾਂ ਉਹ ਕੀ ਹੋਵੇਗਾ। ਆਪਸ਼ਨਸ ਹੈ, 1 ਦੇ ਬਰਾਬਰ ਹੁੰਦਾ ਹੈ, ਦੂਸਰਾ 1 ਤੋਂ ਘੱਟ ਹੁੰਦਾ ਹੈ, ਤੀਸਰਾ 1 ਤੋਂ ਜ਼ਿਆਦਾ ਹੁੰਦਾ ਹੈ, ਚੌਥਾ 1 ਤੋਂ ਘੱਟ ਹੁੰਦਾ ਹੈ ਜਾਂ 1 ਦੇ ਬਰਾਬਰ ਹੁੰਦਾ ਹੈ। ਹੁਣ ਸਾਨੂੰ ਪਤਾ ਹੈ ਕਿ ਜਿਹੜੀ ਵਿਸਥਾਪਨ ਹੈ ਉਹ ਦੂਰੀ ਦੇ ਜਾਂ ਤਾਂ ਬਰਾਬਰ ਹੋ ਸਕਦਾ ਹੈ ਜਾਂ ਘੱਟ ਹੋ ਸਕਦਾ ਹੈ। ਇਸ ਦਾ ਮਤਲਬ ਜਦੋਂ ਅਸੀਂ ਉਹਨਾਂ ਦਾ ਅਨੁਪਾਤ ਕਰਾਂਗੇ, ਕਿਉਂਕਿ ਵਿਸਥਾਪਨ ਉੱਪਰ ਹੈ ਦੂਰੀ ਨੀਚੇ ਹੈ, ਤਾਂ ਉਹ ਕੀ ਹੋ ਜਾਏਗਾ, 1 ਤੋਂ ਜਾਂ ਤਾਂ ਘੱਟ ਹੋ ਜਾਏਗਾ ਜਾਂ 1 ਦੇ ਬਰਾਬਰ ਹੋਏਗਾ। ਇਸ ਲਈ ਇੱਥੇ ਚੌਥੀ ਆਪਸ਼ਨ ਆਏਗੀ। ਪੰਜਵਾਂ ਪ੍ਰਸ਼ਨ, ਅਧਿਆਪਕ ਨੇ ਅੱਜ ਕਲਾਸ ਵਿੱਚ ਕਿਸੇ ਵਸਤੂ ਲਈ ਹੇਠਾਂ ਦਿਖਾਇਆ ਦੂਰੀ ਸਮਾਂ ਗ੍ਰਾਫ ਬਲੈਕਬੋਰਡ ਤੇ ਬਣਾਇਆ। ਅਧਿਆਪਕ ਦੁਆਰਾ ਬਣਾਇਆ ਗਿਆ ਗ੍ਰਾਫ ਕੀ ਦਰਸਾਉਂਦਾ ਹੈ। ਇੱਕ ਸਮਾਨ ਗਤੀ, ਅਸਮਾਨ ਗਤੀ, ਪ੍ਰਵੇਗਿਤ ਗਤੀ, ਇਹਨਾਂ ਵਿੱਚੋਂ ਕੋਈ ਨਹੀਂ। ਕਿਉਂਕਿ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਗਤੀ ਹੈ ਉਹ ਦੂਰੀ ਬਟਾ ਸਮਾਂ ਨਾਲ ਨਿਕਾਲਿਆ ਜਾਂਦਾ ਹੈ, ਪਰ ਇਹਦੇ ਵਿੱਚ ਹਰ ਪੁਆਇੰਟ ਤੇ ਦੂਰੀ ਸੇਮ ਹੀ ਹੈ। ਤੁਸੀਂ ਦੇਖ ਰਹੇ ਹੋ ਕਿ ਦੂਰੀ ਜਿਹੜੀ ਉਹ ਬਦਲ ਨਹੀਂ ਰਹੀ ਹੈ, ਇਸ ਲਈ ਇਹਦੇ ਵਿੱਚੋਂ ਕੀ ਆਏਗੀ, ਇਹਨਾਂ ਵਿੱਚੋਂ ਕੋਈ ਨਹੀਂ। ਚੌਥੀ ਆਪਸ਼ਨ ਆਏਗੀ ਪੰਜਵੇਂ ਕੁਐਸਚਨ ਦਾ। ਛੇਵਾਂ ਕੁਐਸਚਨ, ਅਧਿਆਪਕ ਕਲਾਸ ਦੌਰਾਨ ਵਿਦਿਆਰਥੀਆਂ ਨੂੰ ਚਾਲ ਦਾ ਸੰਕਲਪ ਬਾਰੇ ਸਮਝਾਉਂਦੀ ਹੈ। ਉਸਨੇ ਕਿਹਾ ਕਿ ਜੇਕਰ ਇੱਕ ਕਾਰ t ਸਮੇਂ ਵਿੱਚ s ਦੂਰੀ ਤੈਅ ਕਰਦੀ ਹੈ ਤਾਂ ਅਸੀਂ ਇਸ ਦੇ ਚਾਲ ਦਾ ਮਾਪ ਕਿਸੇ ਖਾਸ ਸੂਤਰ ਰਾਹੀਂ ਕੀਤਾ ਜਾ ਸਕਦਾ ਹੈ। ਇਸ ਦੀ ਚਾਲ ਦਾ ਸੂਤਰ ਕੀ ਹੋਵੇਗਾ। ਚਾਲ ਦਾ ਸੂਤਰ ਤੁਹਾਨੂੰ ਪਤਾ, ਹਮੇਸ਼ਾ ਤੁਹਾਨੂੰ ਪਤਾ ਹੈ ਕਿ ਚਾਲ ਦਾ ਜਿਹੜਾ ਸੂਤਰ ਉਹ ਕੀ ਹੁੰਦਾ ਹੈ, ਦੂਰੀ ਬਟਾ ਸਮਾਂ। ਸੋ ਦੂਰੀ ਕਿੰਨੀ ਹੈ, s, ਤੇ ਬਟਾ ਸਮਾਂ ਕਿੰਨਾ ਹੈ, t, ਯਾਨੀ ਕਿ s ਬਟਾ t, ਪਹਿਲੀ ਆਪਸ਼ਨ ਆਏਗੀ। ਸੱਤਵਾਂ ਪ੍ਰਸ਼ਨ, ਹਰਜੀਤ ਬਿੰਦੂ A ਤੋਂ ਚੱਲ ਕੇ, ਹੁਣ ਕੋਈ ਹਰਜੀਤ ਆ ਉਹ ਬਿੰਦੂ A ਤੋਂ ਚੱਲ ਕੇ ਕਿੱਥੇ ਪਹੁੰਚਿਆ ਹੈ, B ਤੇ ਪਹੁੰਚਦਾ ਹੈ ਤੇ ਵਾਪਸ ਬਿੰਦੂ A ਤੇ ਆ ਜਾਂਦਾ ਹੈ। ਇੱਥੇ ਪਹੁੰਚ ਕੇ ਉਹ ਵਾਪਸ A ਤੇ ਆ ਜਾਂਦਾ ਹੈ। ਉਸ ਦੁਆਰਾ ਤੈਅ ਕੀਤੀ ਦੂਰੀ ਅਤੇ ਵਿਸਥਾਪਨ ਕ੍ਰਮਵਾਰ ਕਿੰਨਾ ਹੋਵੇਗਾ। ਹੁਣ ਦੂਰੀ ਉਹਨੇ ਕਿੰਨੀ ਤੈਅ ਕੀਤੀ, ਪਹਿਲੇ A ਤੋਂ B 10, ਫਿਰ B ਤੋਂ A 10, ਯਾਨੀ ਕਿ ਦੂਰੀ ਕਿੰਨੀ ਹੋ ਗਈ ਟੋਟਲ 20 ਮੀਟਰ। ਪਰ ਵਿਸਥਾਪਨ ਕੀ ਹੋਇਆ, ਜਦੋਂ ਇੱਥੋਂ ਦੀ ਇੱਧਰ ਗਿਆ ਔਰ ਫਿਰ ਵਾਪਸ ਉੱਥੇ ਆ ਗਿਆ, ਯਾਨੀ ਕਿ ਉਹ ਆਪਣੀ ਵਾਪਸ ਉਸੇ ਪੋਜੀਸ਼ਨ ਤੇ ਆ ਗਿਆ, ਤਾਂ ਉਸਦਾ ਵਿਸਥਾਪਨ ਕੀ ਹੋ ਗਿਆ, 0। ਸੋ ਆਪਸ਼ਨ ਆਏਗੀ ਆਨਸਰ ਥਰਡ, 20 ਮੀਟਰ ਅਤੇ 0 ਮੀਟਰ। ਨੈਕਸਟ ਕੁਐਸਚਨ ਕਰਦੇ ਹਾਂ। 8ਵਾਂ ਪ੍ਰਸ਼ਨ, ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਹੈ। ਅਸੀਂ ਦੱਸਣਾ ਇਹਨਾਂ ਵਿੱਚੋਂ ਸਹੀ ਕਿਹੜਾ ਹੈ। ਪਹਿਲਾ ਹੈ, ਦੂਰੀ ਇੱਕ ਸਾਦਿਸ਼ ਰਾਸ਼ੀ ਹੈ, ਗਲਤ। ਵਿਸਥਾਪਨ ਇੱਕ ਆਦਿਸ਼ ਰਾਸ਼ੀ ਹੈ, ਇਹ ਵੀ ਗਲਤ। ਸੋ ਆਪਸ਼ਨਸ ਕੀ ਹੈ, ਸਿਰਫ ਊੜਾ, ਸਿਰਫ ਐੜਾ, ਊੜਾ ਤੇ ਐੜਾ ਦੋਨੋਂ ਕਥਨ ਸਹੀ ਨਹੀਂ ਹਨ, ਕਿਉਂਕਿ ਉਲਟਾ ਲਿਖੇ ਹੋਏ ਹੈ। ਦੂਰੀ ਇੱਕ ਆਦਿਸ਼ ਰਾਸ਼ੀ ਹੈ ਔਰ ਵਿਸਥਾਪਨ ਇੱਕ ਸदिश ਰਾਸ਼ੀ ਹੈ। ਇਸ ਲਈ ਆਪਸ਼ਨ ਕਿਹੜੀ ਆਏਗੀ, ਚੌਥਾ, ਇਹਨਾਂ ਵਿੱਚੋਂ ਕੋਈ ਨਹੀਂ। 9ਵਾਂ ਪ੍ਰਸ਼ਨ, ਹੇਠ ਲਿਖਿਆ ਵਿੱਚੋਂ ਕਿਹੜਾ ਜੋੜਾ ਸਹੀ ਹੈ। ਹੁਣ ਤੁਸੀਂ ਦੱਸਣਾ ਇਹਨਾਂ ਚੋਂ ਜੋੜਾ ਕਿਹੜਾ ਸਹੀ ਹੈ, ਕਿਉਂਕਿ ਐਸਾ ਹੀ ਇਕਾਈ ਪੁੱਛਿਆ ਉਹਨਾਂ ਨੇ। ਸੋ ਚਾਲ ਦੀ ਕਿਲੋਮੀਟਰ ਪ੍ਰਤੀ ਘੰਟਾ ਗਲਤ, ਕਿਉਂਕਿ ਮੀਟਰ ਪ੍ਰਤੀ ਸੈਕਿੰਡ ਆਣਾ ਸੀਗਾ।
दूरी किलोमीटर गलत, समा सेकंड ठीक है, विस्थापन सेंटीमीटर गलत, इसलिए थर्ड ऑप्शन आएगी समा सेकंड। 10वां प्रश्न, एक कार हेठा विखाई गई चाल नाल गति कर रही है, कार द्वारा 2 घंटे ਵਿੱਚ तय की गई दूरी ज्ञात करो। ਤੁਸੀਂ अगर देख रहे हो तो ਇਹਦੀ ਸੂਈ ਕਿੱਥੇ ਹੈ बेटा, 30 किलोमीटर प्रति घंटा, और टाइम कितना दिता है सानू 2 आवर। ਤੇ ਉਹਨੇ ਪੁੱਛਿਆ ਹੈ ਕਿ ਤੁਸੀਂ ਇਹਦੀ ਕੀ ਕੱਢੋ दूरी। दूरी ਦਾ ਫਾਰਮੂਲਾ ਹੁੰਦਾ ਹੈ ਸਾਡੇ ਕੋਲ ਗਤੀ ਗੁਣਾ ਸਮਾਂ, यानी कि 30 गुणा 2, कितना आंसर आ गया अपने कोल 60 किलोमीटर। सो सैकेंड ऑप्शन जी आएगी। 11वां प्रश्न, एक्वेरियम की यात्रा दौरान विद्यार्थी भिन्न मच्छियों को टैंकों में तैरते हुए वेखते हैं। वो सीखते हैं कि मच्छियां अपने जली वातावरण विचों किवें ऑक्सीजन प्राप्त करते हैं। अध्यापक उन्होंने दसदी है कि मच्छी के गलफड़े उसकी डैश में सहायता करते हैं। सो मच्छी के गलफड़े की करते हैं, पहला ऑप्शन हवा में ऑक्सीजन लेना नहीं, पानी विचों कुली हाँ जी पानी विचों कुली ऑक्सीजन जी वो लेंदे हैं, इसलिए सैकेंड ऑप्शन आएगी। 12वां प्रश्न, सुनीता दी माता जी ने अज रसोई विच यीस्ट खमीर का इस्तेमाल किया। यीस्ट खमीर का इस्तेमाल हेठ लिखिया विचों की बनाउण लई कीता जांदा है। तुहानूं पता होना चाहिए यीस्ट या खमीर असीं किहदे लई यूज करते हैं। दही नहीं, ब्रेड हाँ जी, केक हाँ जी, इसलिए दूसरा ते तीसरा दोनों यानी कि चौथी ऑप्शन आएगी, क्योंकि दोनों ब्रेड और केक बनाने लिए जिहड़ा खमीर की वरतों की जाती है। 13वां प्रश्न, विज्ञान की जमात विच अध्यापक ने ਵੱਖ-ਵੱਖ जीवां की साह प्रणाली बारे समझाया ਅਤੇ ਉਹਨਾਂ ਨੂੰ ਇੱਕ तस्वीर दिखाई ਅਤੇ ਪੁੱਛਿਆ कि इस विच विखाया जीव किस अंग राही साह लैंदा है। बेटा ਇਹਦੇ ਵਿੱਚ ਕੀ ਦਿਖਾਇਆ ਗਿਆ, ਤੁਹਾਨੂੰ ਗੰਡੋਇਆ ਦਿਖਾਇਆ ਗਿਆ ਹੈ, और ਤੁਹਾਨੂੰ पता है वो चमड़ी ਦੇ ਨਾਲ ਜਿਹੜਾ ਉਹ ਸਾਹ ਲੈਂਦਾ है, इसलिए थर्ड ऑप्शन आएगी चमड़ी। 14वां प्रश्न, हेठ लिखिया विचों ਕਿਹੜਾ जीव चमड़ी ਅਤੇ ਫੇਫੜਿਆਂ ਦੋਵਾਂ ਰਾਹੀਂ ਸਾਹ ਲੈਂਦਾ है। ऑप्शंस ने मच्छी नहीं, कॉकरोच नहीं, गंडोया नहीं, डड्डू। डड्डू है जिहड़ा कि दोवां राही लैंदा है, चमड़ी राही भी ते फेफड़ियां राही भी। जदों पानी विच हुंदा है तां चमड़ी राही, ते जदों बाहर हुंदा है तां फेफड़ियां राही। 15वां प्रश्न, प्रैक्टिकल की जमात दौरान अध्यापक ने लैब विच सूक्ष्मदर्शी की वरतों राही हेठली स्लाइड दिखाते हुए विद्यार्थियों को दिखाए गए सैल नूं पछाणन लई कहा। हेठ लिखिया विचों किहड़ा उत्तर सही है, की है बेटा ये, नाड़ी सेल नहीं, शुक्राणु यस, लहू सेल भी नहीं है, इसलिए किहड़ा है आंसर ਇਹਦੇ ਵਿੱਚ शुक्राणु। तो मैं उम्मीद करदा ਹਾਂ कि ਤੁਸੀਂ ਇਹਨੂੰ ਲਿਖ ਲਓਗੇ ਆਪਣੀ ਕਾਪੀਆਂ ਵਿੱਚ, ਤੇ ਇਹਨੂੰ ਯਾਦ ਕਰ ਲਓਗੇ। ਧੰਨਵਾਦ।